ਆਪਾਂ ਰਿਵਾਈਜ਼ ਕਰ ਰਹੇ ਸੀਗੇ ਓਰੀਜਨ ਦੇ ਬਾਰੇ ਗੱਲਬਾਤ ਸ਼ੁਰੂ ਕੀਤੀ ਸੀ। ਡਿਸਟੈਂਸ, ਪੋਜੀਸ਼ਨ, ਡਿਸਪਲੇਸਮੈਂਟ ਦੇ ਵਿੱਚ ਓਰੀਜਨ ਤੋਂ ਭਾਵ ਅਸੀਂ ਕੀ ਸਮਝਿਆ ਸੀਗਾ ਕਿ ਜਦੋਂ ਟਾਈਮ 0 ਹੋਏਗਾ ਤਾਂ ਉਹ ਟਾਈਮ ਦਾ ਓਰੀਜਨ ਹੋਏਗਾ, ਜਦੋਂ x 0 ਹੋਏਗਾ ਤਾਂ ਉਹ ਪੋਜੀਸ਼ਨ ਦਾ ਓਰੀਜਨ ਹੋਏਗਾ, ਜਾਂ ਡਿਸਟੈਂਸ ਜਾਂ ਡਿਸਪਲੇਸਮੈਂਟ ਦੇ ਲਈ ਓਰੀਜਨ ਹੋਏਗਾ, ਕਿਉਂਕਿ ਅਸੀਂ ਦੂਰੀਆਂ ਉੱਥੋਂ ਮੇਜਰ ਕਰਨੀਆਂ ਸ਼ੁਰੂ ਕਰਾਂਗੇ। ਹੁਣ ਇਹਦੇ ਵਿੱਚ ਆਪਾਂ ਇੱਕ ਗੱਲ ਦੇਖਦੇ ਹਾਂ ਕਿ ਮੰਨ ਲਓ ਕਿ ਆਪਾਂ ਜਿਹੜਾ ਟਾਈਮ ਆ, ਸਾਡੇ ਕੋਲ ਘੜੀ ਆ ਜਿਹਦੇ 'ਚ ਅਸੀਂ 0 ਟਾਈਮ ਸੈੱਟ ਕਰ ਸਕਦੇ ਹਾਂ। ਅਸੀਂ ਉੱਥੇ 0 ਟਾਈਮ ਸੈੱਟ ਕਰਤਾ। ਅਸੀਂ ਉਸ ਵੇਲੇ ਜਦੋਂ ਘੜੀ 'ਤੇ 0 ਟਾਈਮ ਸੈੱਟ ਕੀਤਾ ਤਾਂ ਆਪਾਂ ਇੱਕ ਸਿੱਧੀ ਸੜਕ ਆ ਸਾਡੀ, ਉਹਦੇ ਵਿੱਚ ਜਿਹੜਾ ਮਾਈਲਸਟੋਨ ਲੱਗਿਆ ਵਾ ਉਹਦੇ ਵਿੱਚ ਜਿਹੜਾ ਨੰਬਰ ਲਿਖਿਆ ਵਾ ਉਹ 15 ਕਿਲੋਮੀਟਰ ਵਾਲਾ ਨੰਬਰ ਆ। ਮਤਲਬ ਸਾਡੀ ਜਿਹੜੀ ਪੋਜੀਸ਼ਨ ਆ, ਇਹ ਗੱਲ ਨੂੰ ਧਿਆਨ ਨਾਲ ਸਮਝੋ, ਸਾਡੀ ਪੋਜੀਸ਼ਨ, ਦੂਰੀ ਨਹੀਂ ਪੋਜੀਸ਼ਨ। ਆਪਾਂ ਉਸ ਵੇਲੇ ਜਦੋਂ ਟਾਈਮ ਜਿਹੜਾ ਹੈਗਾ ਉਹ 0, ਸਾਡੇ ਕੋਲ ਇੱਦਾਂ ਦੀ ਘੜੀ ਆ ਜਿਹਦੇ ਵਿੱਚ ਅਸੀਂ ਟਾਈਮ ਨੂੰ 0 ਸੈੱਟ ਕਰਤਾ, ਤਾਂ ਉਸ ਵੇਲੇ ਅਸੀਂ 15 ਕਿਲੋਮੀਟਰ ਵਾਲੇ ਮਾਈਲਸਟੋਨ ਦੇ ਉੱਪਰ ਖੜ੍ਹੇ ਆ, ਉਹਦੇ ਲਾਗੇ ਖੜ੍ਹੇ ਆ। ਸਿੱਧੀ ਸੜਕ ਆ ਸਾਡੀ, ਸਟਰੇਟ ਲਾਈਨ 'ਤੇ ਹੀ ਆਪਾਂ ਮੂਵ ਕਰ ਸਕਦੇ ਹਾਂ। ਇਹਦਾ ਮਤਲਬ ਆ ਕਿ ਸਾਡਾ ਫਿਰ ਜੇ ਆਪਾਂ ਹੁਣ ਮੇਜਰਮੈਂਟ ਕਰਨੀ ਆ, ਮੰਨ ਲਓ ਅਸੀਂ ਕੁਝ ਸਮੇਂ ਬਾਅਦ ਇੱਦਾਂ ਤੁਰਦੇ ਤੁਰਦੇ ਇੱਕ ਹੋਰ ਮਾਈਲਸਟੋਨ 'ਤੇ ਪਹੁੰਚੇ ਜਿਹਦਾ ਨੰਬਰ ਕਿ ਮੰਨ ਲਓ 23 ਕਿਲੋਮੀਟਰ ਹੈਗਾ ਸੀ। ਮਤਲਬ ਤੁਹਾਡੀ ਪੋਜੀਸ਼ਨ ਜਿਹੜੀ ਆ ਉਸ ਵੇਲੇ ਮੰਨ ਲੈਂਦੇ ਹਾਂ ਕਿ ਟਾਈਮ ਜਿਹੜਾ ਹੈਗਾ ਉਹ 15 ਮਿੰਟ ਹੋ ਗਿਆ ਹੋਣਾ। ਆਪਾਂ ਇੱਦਾਂ ਦੀ ਘੜੀ ਰਹੀ ਹੋਈ ਆ ਜਿਹਦੇ 'ਚ 0 ਟਾਈਮ ਸੈੱਟ ਕਰਕੇ ਤਾਂ ਉਸ ਤੋਂ ਬਾਅਦ 15 ਮਿੰਟ ਤੱਕ ਘੜੀ ਚੱਲਦੀ ਰਹੀ, ਅਤੇ ਜਦੋਂ ਅਸੀਂ 15 ਮਿੰਟ ਬਾਅਦ ਦੇਖਿਆ ਤਾਂ ਅਸੀਂ 23 ਕਿਲੋਮੀਟਰ ਵਾਲੇ ਮਾਈਲਸਟੋਨ ਦੇ ਉੱਪਰ ਖੜ੍ਹੇ ਸੀਗੇ। ਸੋ ਸਾਡੀ ਪੋਜੀਸ਼ਨ ਉਸ ਵੇਲੇ ਕੀ ਸੀਗੀ? ਐਟ ਦੈਟ ਇੰਸਟੈਂਟ ਆਫ ਟਾਈਮ। ਸੋ ਇੱਥੇ ਇੰਸਟੈਂਟ ਸ਼ਬਦ ਦਾ ਪ੍ਰਯੋਗ ਕੀਤਾ ਆਪਾਂ, ਐਟ ਦੈਟ ਇੰਸਟੈਂਟ, ਐਟ ਦੈਟ ਮੂਮੈਂਟ, ਉਸ ਵੇਲੇ, ਉਸ ਸਮੇਂ, ਉਸ ਸਮੇਂ ਦਾ ਉਹ ਵਾਲਾ ਬਿੰਦੂ, ਉਹ ਵਾਲਾ ਸਮਾਂ, ਜਦੋਂ ਸਮਾਂ ਚੱਲਦਾ ਪਿਆ, ਸਮਾਂ ਚੱਲੀ ਜਾਂਦਾ, ਉਹਦੇ ਵਿੱਚ ਕਿਸੇ ਇੱਕ ਬਿੰਦੂ ਜਿੱਥੇ ਸਮੇਂ ਦਾ ਮੰਨ ਲਓ 5:10 15 ਸੈਕਿੰਡ, ਉਹ ਇੱਕ ਸਮੇਂ ਦਾ ਇੰਸਟੈਂਟ ਹੁੰਦਾ ਜਿਸ ਵੇਲੇ ਤੁਸੀਂ ਉਹ ਮੰਨ ਲਓ ਕੋਈ ਫੋਟੋ ਖਿੱਚੀ ਆ, ਉਹਦੇ 'ਤੇ ਟਾਈਮ ਆ ਜਾਂਦਾ, ਜਦੋਂ ਤੁਸੀਂ 19:19 ਸੈਕਿੰਡ 'ਤੇ ਉਹ ਫੋਟੋ ਖਿੱਚੀ ਆ। ਸੋ ਇਹ ਬਹੁਤ ਇੰਪੋਰਟੈਂਟ ਆ ਕਿ ਕਿਸ ਵੇਲੇ, ਕਿੰਨੇ ਵਜੇ, ਟਾਈਮ ਕੀ ਹੋਇਆ ਸੀਗਾ, ਉਸ ਵੇਲੇ ਦਾ ਟਾਈਮ ਕੀ ਸੀਗਾ। ਸੋ ਟੀ ਜਿਹੜਾ ਹੈਗਾ ਉਹ 0 ਤੋਂ ਸ਼ੁਰੂ ਕਰਕੇ 15 ਮਿੰਟ 'ਚ ਤੁਸੀਂ ਇੱਥੇ ਪਹੁੰਚ ਗਏ, ਤਾਂ ਇਹਦਾ ਮਤਲਬ ਤੁਸੀਂ ਕਿੰਨੀ ਦੂਰ ਆਏ, ਤੁਸੀਂ ਇਹ ਵਾਲੇ ਮਾਈਲਸਟੋਨ ਤੋਂ ਆਹ ਵਾਲੇ ਮਾਈਲਸਟੋਨ ਤੱਕ ਪਹੁੰਚੇ, ਤਾਂ ਤੁਹਾਡੀ ਜਿਹੜੀ ਪੋਜੀਸ਼ਨ 1 ਅਤੇ ਪੋਜੀਸ਼ਨ 2 ਜਿਹੜੀ ਹੈਗੀ ਆ, ਅਸੀਂ ਇਹਦਾ ਨਾਮ x0 ਰੱਖ ਦਿੰਦਾ ਵਾ ਅਤੇ ਇਹਦਾ ਨਾਮ x1 ਰੱਖ ਦਿੰਦਾ। ਸੋ x1 - x0 ਕਿੰਨਾ ਬਣਿਆ ਸਾਡੇ ਕੋਲ? ਸੋ ਇਹਦਾ ਆਨਸਰ ਆਇਆ ਆਪਣੇ ਕੋਲ 23 - 15। ਸੋ ਇਹ 8 ਕਿਲੋਮੀਟਰ ਦੂਰ ਆਪਾਂ ਚਲੇ ਗਏ, ਕਿੰਨੀ ਦੇਰ ਦੇ ਵਿੱਚ? 15 ਮਿੰਟਾਂ ਦੇ ਵਿੱਚ। ਸੋ ਇਹ ਸਾਰੀ ਸਿਚੁਏਸ਼ਨ ਤੋਂ ਸਾਨੂੰ ਇਹ ਗੱਲ ਸਮਝ ਲੱਗੀ ਹੈਗੀ ਆ। ਸੋ ਆਪਾਂ ਆਹ ਗੱਲ ਇੱਥੇ ਰੁਕੀ ਸੀ ਆਪਣੀ ਕਿ ਆਪਾਂ ਮੰਨ ਲਓ ਕਿ ਕਿਸੇ ਵੇਲੇ t0 ਟਾਈਮ 4:25 'ਤੇ 2 ਕਿਲੋਮੀਟਰ ਜਾਂ 2 ਜੋ ਵੀ ਮੀਟਰ ਹੋਊਗਾ ਜਾਂ ਵਟਐਵਰ 2 ਯੂਨਿਟ ਵਾਲੇ ਮਾਈਲਸਟੋਨ 'ਤੇ ਹੈਗੇ ਆ। 4:40 'ਤੇ ਅਸੀਂ 5 ਵਾਲੇ 'ਤੇ ਪਹੁੰਚੇ ਹੋਏ ਹਾਂ। ਹੁਣ ਇਹਦਾ ਮਤਲਬ ਅਸੀਂ ਤੁਰਦੇ ਅਸੀਂ ਇਹਨੂੰ ਆਪਣੀ ਮੋਸ਼ਨ ਨੂੰ, ਗਤੀ ਨੂੰ, ਜਿਹੜੀ ਬੋਡੀ ਆ ਉਹਨੂੰ ਸ਼ੋਅ ਕਰਦੇ ਹਾਂ ਕਿ ਬੋਡੀ ਜਿਹੜੀ ਹੈਗੀ ਉਹ ਇੱਦਾਂ ਤੁਰਦੀ ਗਈ, ਇੱਥੇ 5 ਵਾਲੇ ਨੰਬਰ 'ਤੇ ਪਹੁੰਚ ਗਈ। ਹੁਣ ਉਹ ਬੋਡੀ ਜਿਹੜੀ ਸੀਗੀ ਉਹ ਹੋਰ ਅੱਗੇ ਚੱਲਦੀ ਗਈ 7 'ਤੇ ਪਹੁੰਚ ਗਈ। ਉਸ ਵੇਲੇ ਟਾਈਮ ਕਿੰਨਾ ਬੀਤ ਗਿਆ ਸੀ? ਉਹਨੂੰ ਆਪਾਂ T2 ਕਹਿ ਲੈਂਦੇ ਹਾਂ। ਮੰਨ ਲਓ ਕਿ ਉਹ ਵਾਲਾ ਟਾਈਮ ਜਿਹੜਾ ਹੈਗਾ 5:15 ਹੋ ਗਏ ਹੋਣਗੇ। ਸੋ 5:15 ਆਪਣੇ ਕੋਲ ਲਾ ਲੈਂਦੇ ਹਾਂ। ਹੁਣ ਆਹ ਸਾਡਾ ਕੀ ਸੀਗਾ, ਆਪਾਂ ਸੋਚ ਲੈਂਦੇ ਕਿ ਸਾਡਾ ਹਾਊਸ ਆ ਇੱਥੇ 2 ਨੰਬਰ 'ਤੇ, ਇੱਥੇ 5 ਨੰਬਰ 'ਤੇ ਕੋਈ ਸ਼ੋਪ ਹੋਏਗੀ। ਮੰਨ ਲਓ ਅਸੀਂ ਕਿਸੇ ਸ਼ੋਪ 'ਤੇ ਗਏ ਹੈਗੇ ਹਾਂ, ਇੱਥੇ ਸਾਡਾ ਕੋਈ ਫਰੈਂਡ ਦਾ ਘਰ ਹੈਗਾ 7 ਨੰਬਰ 'ਤੇ। ਸੋ ਕਿਉਂਕਿ ਸੜਕ ਸਿੱਧੀ ਆ, ਅਸੀਂ ਸਟ੍ਰੇਟ ਲਾਈਨ 'ਤੇ ਹੀ ਜਾ ਰਹੇ ਹੈਗੇ ਹਾਂ। ਸੋ ਹੁਣ ਅਸੀਂ ਵਾਪਸ ਵੀ ਆਉਣਾ ਆ। ਅਸੀਂ ਫਿਰ ਜਦੋਂ ਫਰੈਂਡ ਦੇ ਘਰ ਤੋਂ ਵਾਪਸ ਆਏ, ਉੱਥੇ ਹੋ ਸਕਦਾ ਅਸੀਂ ਕੁਝ ਸਮਾਂ ਬੈਠੇ ਵੀ ਹੋਵਾਂਗੇ, ਅਤੇ ਮੰਨ ਲਓ ਆਪਾਂ ਫਿਰ ਇੱਥੋਂ ਫਰੈਂਡ ਦੇ ਘਰ ਤੋਂ ਵਾਪਸ ਆਏ। ਜਦੋਂ ਅਸੀਂ ਵਾਪਸ ਆਏ ਅਤੇ ਮੰਨ ਲਓ ਇਸ ਜਗ੍ਹਾ ਦੇ ਉੱਤੇ ਇੱਕ ਡਾਕਟਰ ਦੀ ਦੁਕਾਨ ਆ ਜਿੱਥੋਂ ਅਸੀਂ ਕੋਈ ਦਵਾਈ ਲੈਣੀ ਸੀ, ਆਹ ਵਾਲੀ ਜਗ੍ਹਾ 'ਤੇ। ਠੀਕ ਆ, ਆਹ ਵਾਲੀ ਜਗ੍ਹਾ 'ਤੇ ਆਪਾਂ ਰੁਕੇ। ਆਹ ਵਾਲੇ ਸੜਕ ਆਹੀ ਆ ਸਾਡੀ, ਉਹ ਸਿਰਫ ਨਿਸ਼ਾਨ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਤੁਸੀਂ ਕਿੱਦਾਂ ਗਏ ਅਤੇ ਕਿੱਦਾਂ ਆਏ। ਸੜਕ ਆਹੀ ਆ ਸਾਡੀ, ਇੱਥੇ ਚੱਲ ਰਹੇ ਆਪਾਂ, ਇੱਥੇ ਗਏ ਸੀਗੇ, ਇੱਥੋਂ ਹੀ ਅਸੀਂ ਵਾਪਸ ਆਏ ਹੈਗੇ ਹਾਂ। ਸੋ ਅਸੀਂ ਇਸੇ ਸੜਕ 'ਤੇ ਗਏ ਸੀ, ਇਸੇ ਸੜਕ ਤੋਂ ਹੀ ਵਾਪਸ ਆਏ ਆ। ਆਹ ਸਿਰਫ ਨਿਸ਼ਾਨ ਮੈਂ ਤੁਹਾਨੂੰ ਸਮਝਾਉਣ ਲਈ ਲਗਾ ਰਿਹਾ ਕਿ ਅਸੀਂ ਪਹਿਲਾਂ ਇੱਧਰ ਨੂੰ ਗਏ, ਹੋਰ ਅੱਗੇ ਗਏ, ਫਿਰ ਅਸੀਂ ਵਾਪਸ ਆ ਗਏ। ਇਹ ਸਿਰਫ ਇਸ ਨੂੰ ਸ਼ੋਅ ਕਰਨ ਲਈ ਮੈਂ ਲਗਾ ਰਿਹਾ ਹੈਗਾ ਤਾਂ ਕਨਫਿਊਜ਼ਨ ਨਾ ਹੋਵੇ। ਸੋ ਇਸ ਜਗ੍ਹਾ 'ਤੇ ਸ਼ੌਪ ਹੈਗੀ ਹੈ, ਇੱਥੇ ਫਰੈਂਡ ਦਾ ਹੈਗਾ, ਇੱਥੇ ਆਪਣੇ ਕੋਈ ਡਾਕਟਰ ਹੈਗਾ, ਸਾਡਾ ਘਰ ਹੈਗਾ। ਅਤੇ ਅਸੀਂ ਇੱਦਾਂ ਫਿਰ ਆਏ ਅਤੇ ਡਾਕਟਰ ਜਿਹੜਾ ਹੈਗਾ, ਮੰਨ ਲਓ ਅਸੀਂ ਇੱਥੋਂ ਜਦੋਂ ਪਹੁੰਚੇ, ਡਾਕਟਰ ਦੀ ਦੁਕਾਨ 'ਤੇ ਪਹੁੰਚੇ, ਉਦੋਂ ਟਾਈਮ ਕਿੰਨਾ ਹੋਇਆ ਸੀ? ਮੰਨ ਲਓ ਉਹਨੂੰ ਮੈਂ T3 ਕਹਿ ਲੈਂਦਾ।
ਸੋ ਉਹ ਵਾਲਾ ਟਾਈਮ ਜਿਹੜਾ ਹੈਗਾ ਲੈਟ ਅਸ ਸੇ ਕਿ ਉਦੋਂ 6:30 ਵਜੇ ਹੋਣਗੇ, ਕੁਛ ਵੀ ਟਾਈਮ ਹੋ ਸਕਦਾ। ਆਪਾਂ ਦੋਸਤ ਦੇ ਘਰ ਬੈਠੇ ਰਹੇ ਹੋਵਾਂਗੇ 10-15 ਮਿੰਟ ਤੇ ਫਿਰ ਆਪਾਂ ਹੌਲੀ ਹੌਲੀ ਤੁਰੇ ਹੋਵਾਂਗੇ ਜਾਂ ਵਾਟਐਵਰ ਹੋਇਆ ਹੋਊਗਾ। ਫਿਰ ਆਪਾਂ ਜਿਹੜੇ ਸੀਗਾ ਇੱਥੋਂ ਤੁਰਦੇ ਤੁਰਦੇ ਫਿਰ ਆਪਾਂ ਵਾਪਸ ਘਰ ਆਉਣਾ ਸੀਗਾ। ਆਪਾਂ ਘਰ ਨਹੀਂ ਆਏ, ਆਪਾਂ ਬੱਸ ਸਟੈਂਡ 'ਤੇ ਚਲ ਗਏ। ਠੀਕ ਆ, ਆਹ ਬੱਸ ਸਟੈਂਡ ਆ, ਮੰਨ ਲਓ ਆਹ ਬੱਸ ਸਟੈਂਡ ਆ, ਬੱਸ ਸਟੈਂਡ, ਆਪਾਂ ਬੱਸ ਸਟੈਂਡ 'ਤੇ ਚਲ ਗਏ। ਹੁਣ ਇਹ ਬੱਸ ਸਟੈਂਡ ਦੇ ਜਦੋਂ ਪਹੁੰਚ ਗਏ ਇੱਥੋਂ, ਤੇ ਮੰਨ ਲਓ ਕਿ ਉਸ ਵੇਲੇ T4 ਜਿਹੜਾ ਹੈਗਾ ਵਾ ਉਹ 7:15 16 ਮਿੰਟ ਹੋ ਗਏ ਹੋਣਗੇ। ਠੀਕ ਆ, ਸੋ ਹੁਣ ਇਹ ਸਾਰੀ ਸਿਚੁਏਸ਼ਨ ਨੂੰ ਆਪਾਂ ਜੇ ਸਮਝੀਏ ਵੀ ਅਸੀਂ ਕਿੱਥੇ ਕਿੱਥੇ ਕਿੰਨੀ ਦੂਰ ਗਏ, ਕਿੰਨਾ ਟਾਈਮ ਲਾਇਆ, ਕਿੱਦਾਂ ਹੋਇਆ, ਉਹਨੂੰ ਉਹ ਸਾਰੀ ਗੱਲ ਨੂੰ ਜੇ ਥੋੜ੍ਹਾ ਜਿਹਾ ਸਮਝੀਏ ਧਿਆਨ ਨਾਲ ਤੇ ਕੀ ਹੋਇਆ ਹੋਊਗਾ। ਇਹ ਪ੍ਰੈਕਟੀਕਲ ਗੱਲਾਂ ਹੈਗੀਆਂ ਜਿਹੜੀ ਕਿ ਤੁਸੀਂ ਆਮ ਰੋਜ਼ ਕਰਦੇ ਆ, ਪਰ ਥੋੜ੍ਹਾ ਜਿਹਾ ਹਿਸਾਬ ਕਿਤਾਬ ਨਾਲ ਸਮਝ ਲਈਏ ਤਾਂ ਕਿ ਸਾਨੂੰ ਫਿਜ਼ਿਕਸ ਦੇ ਵਿੱਚ ਇਹਦੀ ਲੋੜ ਪੈਣੀ ਆ ਤੇ ਆਪਾਂ ਉਹਨੂੰ ਚੀਜ਼ ਨੂੰ ਬੜੇ ਆਰਾਮ ਨਾਲ ਸਮਝ ਸਕਾਂਗੇ। ਹੁਣ ਆਪਾਂ ਦੇਖਦੇ ਹਾਂ ਇਹ ਸਾਰੀ ਸਿਚੁਏਸ਼ਨ ਨੂੰ। ਦੇਖੋ ਤੁਹਾਡਾ ਫਿਰ ਜਿਹੜਾ ਡਿਸਟੈਂਸ ਪੋਜੀਸ਼ਨ ਦਾ ਹਿਸਾਬ ਆ, ਇੱਥੇ ਤੁਹਾਡੀ ਪੋਜੀਸ਼ਨ ਹੋ ਗਈ x0 = 2, ਜਿਹਨੂੰ ਤੁਸੀਂ 0 ਪੋਜੀਸ਼ਨ ਮੰਨਣਾ। ਆ ਤੁਹਾਡੀ 0 ਪੋਜੀਸ਼ਨ ਆ ਤੇ ਆਹ ਤੁਹਾਡਾ 0 ਟਾਈਮ ਆ, ਆਹ ਵਾਲਾ ਟਾਈਮ 0 ਟਾਈਮ ਆ। ਸੋ ਥੀਸ ਟੂ ਆਰ ਜ਼ੀਰੋਜ਼, ਤੁਹਾਡੇ ਓਰੀਜਨ ਆ ਇਹ ਇੱਕ ਤਰ੍ਹਾਂ ਦੇ, ਕਿਉਂਕਿ ਤੁਸੀਂ ਸਾਰੀ ਗੱਲਬਾਤ ਇੱਥੋਂ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਤੁਸੀਂ ਅੱਗੇ ਨੂੰ ਵਧਦੇ ਗਏ, ਤੁਸੀਂ 4:40 ਤੇ। ਸੋ T1 ਟਾਈਮ ਤੇ ਤੁਸੀਂ ਇੱਥੇ ਪਹੁੰਚੇ, ਮਤਲਬ ਤੁਸੀਂ ਕਿੰਨਾ ਟਾਈਮ ਲਾਇਆ, 2 3 4 5 ਤੱਕ ਪਹੁੰਚਣ ਲਈ। 1 2, ਜੇ ਇਹਨੂੰ ਮੈਂ 0 ਮੰਨ ਲਵਾਂ, ਹੁਣ ਇਹਦਾ ਨਾਮ ਹੈ 0, ਨਵਾਂ 0 ਰੱਖ ਲਵਾਂ। let us change the color of the pen so that there is no confusion. So let me have this changed pen. So means मैं ਹੁਣ ਨਵੀਂ 0 ਬਣਾ ਲਈ। ਆ 0 ਆ, ਆ 1 ਆ, ਆ 2 ਆ, ਆ 3 ਆ, ਆ 4 ਆ, 5 ਆ। ਸੋ ਇਦਾਂ ਕਰਕੇ ਆਪਾਂ ਗਏ। ਇਹਦਾ ਮਤਲਬ ਜਦੋਂ ਮੈਂ 7 ਤੋਂ ਫਿਰ ਵਾਪਸ ਆਇਆ ਹੋਊਗਾ ਤਾਂ ਫਿਰ ਮੈਂ ਇਹਨੂੰ 0 ਮੰਨ ਲੈਣਾ। ਹੁਣ ਵੀ ਇਹ 0 ਹੋ ਗਿਆ, ਫਿਰ ਮੈਂ 1 ਆਇਆ, ਫਿਰ 2 ਇੱਥੇ ਲਿਖ ਲੈਂਦੇ ਆਪਾਂ 0 1, ਫਿਰ 2 ਹੋ ਗਿਆ, ਫਿਰ ਆ 3 ਹੋ ਗਿਆ, ਫਿਰ ਆ 4 ਹੋ ਗਿਆ, ਫਿਰ ਆ 5 ਹੋ ਗਿਆ, ਫਿਰ ਆ 6 ਹੋ ਗਿਆ, 7 ਹੋ ਗਿਆ। ਇਹਦਾ ਮਤਲਬ ਜੇ ਮੈਂ ਇਹਦੀ ਨੰਬਰਿੰਗ ਇਸ ਢੰਗ ਨਾਲ ਕਰਾਂ ਤਾਂ ਕਿ ਮੈਨੂੰ ਗਿਣਨਾ ਸੌਖਾ ਲੱਗੇ, ਜੇ ਮੈਂ ਨਹੀਂ ਵੀ ਗਿਣਨਾ ਤਾਂ ਮੈਂ ਸਿੱਧਾ ਹੀ 5 ਘਟਾਓ 3 ਕਰ ਸਕਦਾ, ਨੋ ਪ੍ਰੋਬਲਮ। 5 2 ਘਟਾਊਂਗਾ, 5 ਚੋਂ 2 ਘਟਾਊਂਗਾ ਤਾਂ ਮੈਨੂੰ ਇਹ ਪਤਾ ਲੱਗ ਜੂਗਾ ਕਿ 5 ਚੋਂ ਮੈਨੂੰ 2 ਘਟਾ ਕੇ ਆਪਣੇ ਕੋਲ 3 ਹੀ ਜਵਾਬ ਆਉਣਾ ਸੀਗਾ। ਤੇ 0 1 2 3, ਸੋ ਆਹ 3 ਆ ਗਿਆ ਆਪਣੇ ਕੋਲ। ਠੀਕ ਆ, ਇੱਦਾਂ ਹੀ ਜਦੋਂ ਇਹਦਾ ਮਤਲਬ ਕਿੰਨਾ ਟਾਈਮ ਲੱਗਾ ਸੀਗਾ, ਇਹ ਲੱਗਾ ਸੀ ਟਾਈਮ 4:40 ਤੇ 4:25 ਚੋਂ ਘਟਾਇਆ ਜਦੋਂ ਆਪਾਂ ਨੇ। ਸੋ 10 ਚੋਂ 5 ਗਏ 5 ਤੇ 3 ਚ 2 ਗਏ 15। ਸੋ 15 ਮਿੰਟ ਲੱਗੇ ਆਪਾਂ ਨੂੰ। 15 ਮਿੰਟ ਦੇ ਵਿੱਚ ਆਪਾਂ ਆਹ ਜਿਹੜੀ ਡਿਸਟੈਂਸ ਹੈ 15 ਮਿੰਟ ਦੇ ਵਿੱਚ ਟਰੈਵਲ ਕਰ ਲਈ ਤੇ 3 ਕਿਲੋਮੀਟਰ ਕਹਿ ਲਓ, ਆਪਾਂ ਨੂੰ 3 ਕਿਲੋਮੀਟਰ ਕਹਿੰਦੇ ਆ। ਉਸ ਤੋਂ ਬਾਅਦ ਫਿਰ ਦੁਬਾਰਾ ਕੀ ਹੋਇਆ, ਫਿਰ ਆਪਾਂ ਇੱਥੋਂ ਆਹ ਵਾਲੀ ਥਾਂ ਤੇ ਗਏ, ਇੰਨੀ ਡਿਸਟੈਂਸ ਟਰੈਵਲ ਕੀਤੀ, ਇੰਨਾ ਰਸਤਾ ਜਿਹੜਾ ਉਹ ਟਰੈਵਲ ਕੀਤਾ। ਇਹ ਹੈਗਾ T2 - T1, ਮਤਲਬ ਕਿ 5:15 ਤੇ ਇਹਦੇ ਵਿੱਚੋਂ ਅਸੀਂ ਕਿਹਨੂੰ ਘਟਾਉਣਾ ਹੈਗਾ 4:40 ਨੂੰ। ਹੁਣ ਇਹ ਤੁਸੀਂ ਪ੍ਰੈਕਟੀਕਲ ਘਟਾਣਾ ਵਾ, ਇਹਨੂੰ ਨੰਬਰਾਂ ਦੇ ਹਿਸਾਬ ਨਾਲ ਨਹੀਂ ਘਟਾਉਣ ਲੱਗ ਜਾਣਾ, ਘੜੀ ਦੇ ਹਿਸਾਬ ਨਾਲ ਘਟਾਣਾ ਵਾ। 4:40 40, ਫਿਰ 50, ਫਿਰ 60, ਮਤਲਬ 20 ਮਿੰਟਾਂ ਬਾਅਦ 5 ਵੱਜਣੇ ਸੀ ਤੇ 15 ਮਿੰਟ ਹੋਰ ਤੇ 20 ਤੇ 15 ਕਿੰਨੇ ਬਣ ਗਏ 30 ਤੇ 35 ਮਿੰਟ ਬਣ ਗਏ ਇਹ 35 ਮਿੰਟ। ਸੋ ਮੇਰੇ ਖਿਆਲ ਮੈਂ ਠੀਕ ਕੀਤਾ ਵਾ। ਸੋ 4:40 ਆ, 4:40 ਤੋਂ ਬਾਅਦ 5 ਵੱਜਣੇ ਸੀ, 5 ਵੱਜਣ ਨੂੰ ਫਿਰ 20 ਮਿੰਟ ਰਹਿ ਗਏ। ਸੋ 20 ਮਿੰਟ ਤੇ 20 ਮਿੰਟ ਤੇ 15 ਮਿੰਟ ਟੱਪ ਗਏ ਤੇ 20 ਤੇ 30 ਤੇ 35 ਮਿੰਟ। ਸੋ 35 ਮਿੰਟਾਂ ਦੇ ਵਿੱਚ ਆਪਾਂ ਕਿੰਨੀ ਦੂਰ ਗਏ, ਫਿਰ ਆਪਾਂ 2 ਕਿਲੋਮੀਟਰ ਦੂਰ ਗਏ, 3 ਤੋਂ ਲੈ ਕੇ 5 ਤੱਕ, ਸਿਰਫ 5 ਘਟਾਓ। ਸੋ x ਇਹਨੂੰ ਜੇ ਮੈਂ ਕਹਦਾ ਇਫ ਆਈ ਸੇ x1, ਇਹਨੂੰ ਮੈਂ ਕਹਦਾ x2। ਠੀਕ ਆ, ਸੋ ਇਹਨੂੰ ਮੈਂ ਕਹਿ ਦਿੰਦਾ x ਕਿੱਥੇ ਰੁਕੇ ਸੀ x3 ਤੇ ਇਹਨੂੰ ਮੈਂ ਕਹਿ ਦਿੰਦਾ x4। ਸੋ ਇਸ ਤਰ੍ਹਾਂ। ਸੋ ਇਹ ਆਪਣੇ ਕੋਲ ਫਿਰ ਕੀ ਬਣਿਆ x2 - x1। ਸੋ x2 - x1 ਕਿੰਨਾ ਬਣਿਆ ਆਪਣੇ ਕੋਲ, ਸੋ 7 - 5 ਬੇਸਿਕਲੀ ਕਰ ਲਓ, ਜਾਂ ਤੁਸੀਂ ਆਹ ਵਾਲਾ ਜਿਹੜਾ ਨਵੀਂ ਨੰਬਰਿੰਗ ਲਈ ਆ 5 - 3 ਵੀ ਕਰ ਸਕਦੇ ਹੋ, ਤਾਂ ਵੀ ਇੱਕੋ ਹੀ ਗੱਲ ਆ। ਆਨਸਰ ਤੁਹਾਡਾ 7 - 5 2 ਹੀ ਆਣਾ, 5 - 3 2 ਹੀ ਆਣਾ। ਮਤਲਬ ਰੈੱਡ ਮਾਰਕਿੰਗ ਵਾਲੇ ਨਿਸ਼ਾਨ ਲੈ ਲਓ ਜਾਂ ਬਲੈਕ ਮਾਰਕਿੰਗ ਵਾਲੇ ਨਿਸ਼ਾਨ ਲੈ ਲਓ, ਤੁਹਾਡੇ 2 ਕਿਲੋਮੀਟਰ ਹੀ ਆਣੇ ਆ ਤੇ ਟਾਈਮ ਤੁਸੀਂ ਲਾਇਆ ਹੈਗਾ 35 ਮਿੰਟ। ਸੋ ਥੋੜ੍ਹਾ ਜਿਹਾ ਹੋ ਸਕਦਾ ਤੁਹਾਨੂੰ ਕਨਫਿਊਜ਼ਨ ਲੱਗਦਾ ਹੋਵੇ, ਇੱਥੇ ਕਾਫੀ ਖਲਾਰਾ ਜਿਹਾ ਪੈ ਗਿਆ, ਬਟ ਇਹਨੂੰ ਧਿਆਨ ਨਾਲ ਤੁਸੀਂ ਦੁਬਾਰਾ ਰਿਪੀਟ ਕਰਕੇ ਦੇਖ ਸਕਦੇ ਹੋ, ਫਿਰ ਸੁਣ ਸਕਦੇ ਹੋ ਵੀਡੀਓ ਨੂੰ, ਕੋਈ ਪ੍ਰੋਬਲਮ ਨਹੀਂ। ਫਿਰ ਹੁਣ ਅਸੀਂ ਇੱਥੋਂ ਵਾਪਸ ਆ ਗਏ, ਫਰੈਂਡ ਦੇ ਘਰ ਤੋਂ ਆਪਾਂ ਵਾਪਸ ਆਏ। ਜਦੋਂ ਅਸੀਂ ਵਾਪਸ ਆਏ
ਤਾਂ ਆ ਕੇ ਆਪਾਂ ਘਰੇ ਨਹੀਂ, ਆਪਾਂ ਇੱਥੇ ਰੁਕੇ ਡਾਕਟਰ ਦੀ ਦੁਕਾਨ ਤੇ। ਇਹਦਾ ਮਤਲਬ ਫਰੈਂਡ ਦੇ ਘਰ ਤੋਂ ਆਪਾਂ ਕਿੰਨੀ ਦੂਰ ਆਏ, ਫਰੈਂਡ ਦੇ ਘਰ ਤੋਂ 1 2 3 ਅਸੀਂ 3 ਪੁਆਇੰਟ ਦੂਰ ਆਏ, ਮੀਨਸ 3 ਕਿਲੋਮੀਟਰ ਦੂਰ ਆਏ। ਫਰੈਂਡ ਦੇ ਘਰ ਆਪਾਂ ਕਿੰਨੇ ਵਜੇ ਸੀਗੇ, ਆਪਾਂ 5:15 ਤੇ ਉਹਦੇ ਘਰ ਪਹੁੰਚੇ ਸੀਗੇ। ਇਹਦਾ ਮਤਲਬ 5:15 ਤੋਂ ਲੈ ਕੇ 6:30 ਤੱਕ ਅਸੀਂ ਇੱਥੇ ਪਹੁੰਚੇ। ਇਹਦਾ ਮਤਲਬ ਅਸੀਂ T3 ਜਿਹੜਾ ਆਹ ਵਾਲਾ ਡਿਸਟੈਂਸ ਆ X2 ਤੇ X3 ਵਾਲਾ ਜਿਹੜਾ ਡਿਸਟੈਂਸ ਆ 0 1 2 ਜਾਂ ਇੱਦਾਂ ਲੈ ਲਓ 7 6 5 4 ਆ। ਸੋ ਇਹਦੇ ਵਿੱਚੋਂ ਤੁਸੀਂ ਘਟਾ ਕੇ ਦੇਖ ਸਕਦੇ ਹੋ 7 ਚੋਂ 4 ਗਏ ਜਾਂ 4 ਚੋਂ 7 ਗਏ, ਉਹ ਨੈਗੇਟਿਵ ਆਊਗਾ ਕਿ ਪੁੱਠੇ ਪਾਸੇ ਨੂੰ ਆਏ ਆ ਤੁਸੀਂ। ਸੋ ਇਹ ਗੱਲ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ ਵੀ ਉਲਟ ਪਾਸੇ ਨੂੰ ਜਦੋਂ ਆਵਾਂਗੇ ਤਾਂ ਨੈਗੇਟਿਵ ਆਨਸਰ ਆਉਣਾ ਹੈਗਾ। ਸੋ ਇਸ ਲਈ ਉਸ ਚੀਜ਼ ਦਾ ਧਿਆਨ ਰੱਖਣਾ ਆਪਾਂ ਨੇ ਬਈ ਜਿਹੜਾ ਨੈਗੇਟਿਵ ਆਨਸਰ ਆਉਣਾ। ਸੋ 0 1 2 3। ਸੋ ਇੱਥੇ ਆਪਣੇ ਕੋਲ ਤੁਸੀਂ ਟਾਈਮ ਸਬਟਰੈਕਟ ਕਰਕੇ ਦੇਖ ਲੈਣਾ ਕਿ ਇਹਨੂੰ ਕਿੰਨਾ ਟਾਈਮ ਲੱਗਾ, 5:15 ਤੇ 6:30। ਸੋ 5:15 ਆ ਤੇ 6:45 ਹੋ ਗਏ ਹੈ ਨਾ, 6 ਵਜਣ ਤੱਕ। ਸੋ 45 5:15 ਤੋਂ ਬਾਅਦ 45 ਮਿੰਟਾਂ ਬਾਅਦ 6 ਵੱਜਣੇ ਸੀ। 45 ਮਿੰਟਾਂ 'ਚ 30 ਮਿੰਟ ਹੋਰ ਜੋੜ ਲਓ। ਸੋ 45 ਮਿੰਟਾਂ 'ਚ 15 ਮਿੰਟ ਜੋੜਾਂਗੇ, 1 ਘੰਟਾ ਬਚੂਗਾ ਤੇ 1 ਘੰਟਾ 15 ਮਿੰਟ ਜਿਹੜੇ ਹੈਗਾ ਸਾਡੇ ਕੋਲ ਸਮਾਂ ਲੱਗਾ। ਸੋ ਅਸੀਂ ਕਾਫੀ ਦੇਰ ਮਤਲਬ ਕਾਫੀ ਦੇਰ ਬਾਅਦ 1 ਘੰਟਾ ਤੇ 15 ਮਿੰਟਾਂ ਦੇ ਵਿੱਚ ਅਸੀਂ ਸਿਰਫ ਇੰਨੀ ਡਿਸਟੈਂਸ ਟਰੈਵਲ ਕੀਤੀ। ਓਬਵੀਅਸਲੀ ਅਸੀਂ ਫਰੈਂਡ ਦੇ ਘਰ ਬੈਠੇ ਰਹੇ ਹੋਵਾਂਗੇ। ਸੋ ਇੱਥੇ ਸਾਨੂੰ ਫਿਰ ਇਹ ਕਹਿਣਾ ਚਾਹੀਦਾ ਸੀਗਾ ਕਿ ਵੀ ਅਸੀਂ 5:15 ਤੇ ਉਹਦੇ ਘਰ ਗਏ ਹੈਗੇ ਆ ਤੇ ਆਪਾਂ ਉਸ ਤੋਂ ਬਾਅਦ ਉਹਦੇ ਘਰੋਂ 6 ਵਜੇ ਚੱਲੇ ਹੈਗੇ ਆ। ਅਸਲ ਵਿੱਚ ਇੱਦਾਂ ਸਾਨੂੰ ਕਹਿਣਾ ਚਾਹੀਦਾ ਇੱਥੇ ਕਿ ਅਸੀਂ ਦੋਸਤ ਦੇ ਘਰੋਂ 6 ਵਜੇ ਚੱਲੇ ਹੈਗੇ ਆ। ਸੋ 6 ਵਜੇ ਚੱਲੇ ਆ। ਸੋ ਇਹ ਵਾਲਾ ਜਿਹੜਾ ਡਿਸਟੈਂਸ ਆ ਉਹ ਸਾਨੂੰ ਇੱਥੇ ਮੈਂਸ਼ਨ ਕਰਨਾ ਪਊਗਾ ਕਿ ਇੰਨੀ ਦੇਰ ਤੇ ਅਸੀਂ ਰੈਸਟ ਤੇ ਰਹੇ, ਅਸੀਂ ਚੱਲੇ ਹੀ ਨਹੀਂ। ਇਹਦਾ ਮਤਲਬ ਆ ਜਿਹੜਾ ਟੋਟਲ ਡਿਸਟੈਂਸ ਆਪਾਂ ਤਾਂ ਲੈ ਰਹੇ ਨਾ ਵੀ 5:15 ਤੇ ਅਸੀਂ ਉੱਥੇ ਸੀ ਤੇ ਵਿਚਕਾਰ ਅਸੀਂ ਕੀ ਕੀਤਾ ਉਹਦੀ ਹੱਲੇ ਫਿਲਹਾਲ ਗੱਲ ਨਹੀਂ ਕੀਤੀ। ਸੋ ਇਸ ਲਈ ਆਪਾਂ ਇਹਨੂੰ ਛੱਡਦੇ ਪਏ ਆ। ਸੋ ਅਸੀਂ 5:15 ਤੇ ਉੱਥੇ ਸੀ। ਉਸ ਤੋਂ ਬਾਅਦ ਜਦੋਂ ਟਾਈਮ ਦੇਖਿਆ ਤਾਂ 6:30 ਵਜੇ ਸੀ, ਤਾਂ ਉਹ ਸਾਨੂੰ ਪਤਾ ਲੱਗ ਗਿਆ। ਫਿਰ ਅਸੀਂ ਇੱਥੋਂ T3 ਤੋਂ ਬਾਅਦ T4 ਤੇ 7:16 ਤੇ ਇੱਥੇ ਪਹੁੰਚੇ। ਸੋ ਇਹ ਵੀ ਤੁਸੀਂ ਦੇਖ ਸਕਦੇ 6:30 ਘੜੀ ਦੇ ਹਿਸਾਬ ਨਾਲ ਤੁਸੀਂ ਜਮ੍ਹਾਂ ਘਟਾ ਕਰਨਾ ਹੈਗਾ। ਨੰਬਰਾਂ ਦੇ ਵਿੱਚ ਚੱਕਰ 'ਚ ਨਹੀਂ ਪੈ ਜਾਣਾ ਕਿ 7 16 ਚੋਂ 6 30 ਘਟਾਊਂਗਾ ਤਾਂ ਕੀ ਆਨਸਰ ਆਊਗਾ, ਕਿਉਂਕਿ ਜਦੋਂ ਟਾਈਮ ਨੂੰ ਅਸੀਂ ਘਟਾਉਂਦੇ ਹਾਂ ਤੇ ਉਹ ਜਿਹੜਾ ਟਾਈਮ ਦਾ ਘਟਾਉਣਾ ਹੈਗਾ ਉਹ ਨਾਰਮਲ ਨੰਬਰਾਂ ਦੇ ਹਿਸਾਬ ਨਾਲ ਨਹੀਂ ਘਟਦਾ ਹੈਗਾ, ਉਹ ਥੋੜ੍ਹਾ ਜਿਹਾ ਅੱਗੇ ਪਿੱਛੇ ਹੁੰਦਾ ਕਿਉਂਕਿ 12 ਦਾ ਸਿਸਟਮ ਹੁੰਦਾ ਟਾਈਮ ਦੇ ਵਿੱਚ। ਸੋ 12 ਵਜੇ ਬਾਅਦ ਫਿਰ 1 ਵੱਜ ਜਾਂਦਾ ਹੈਗਾ। ਸੋ ਇਸ ਕਰਕੇ ਉੱਥੇ ਘਟਾਉਣ ਵੇਲੇ ਚੱਕਰ 'ਚ ਪਾਵਾਂਗੇ ਤਾਂ ਆਪਾਂ ਨੂੰ ਕਨਫਿਊਜ਼ਨ ਹੋ ਸਕਦਾ ਵਾ। ਇਸ ਲਈ ਪ੍ਰੈਕਟੀਕਲੀ ਦੇਖਣਾ ਵਾ ਵੀ ਘੜੀ ਦੇ ਵਿੱਚ ਇੰਨੇ ਵਜੇ ਸੀ ਤਾਂ ਇੰਨੇ ਵਜੇ ਕਿੰਨੇ ਮਿੰਟ ਤੇ ਕਿੰਨਾ ਹੋਇਆ ਹੋਊਗਾ, ਆਪਾਂ ਕਿੰਨੇ ਵਜੇ ਉੱਥੇ ਪਹੁੰਚੇ ਹੋਵਾਂਗੇ। ਪ੍ਰੈਕਟੀਕਲ ਸੋਚਣਾ, ਉਹਨੂੰ ਨੰਬਰਾਂ ਦੇ ਵਿੱਚੋਂ ਆਪਸ 'ਚ ਸਬਟਰੈਕਟ ਕਰਕੇ ਨਹੀਂ ਸੋਚਣਾ। ਸੋ ਇਹ ਟਾਈਮ ਇਸ ਤੋਂ ਬਾਅਦ ਅਸੀਂ ਘਰ ਗਏ ਨਹੀਂ, ਘਰੋਂ ਵੀ ਬਾਹਰ ਨੂੰ ਚਲ ਗਏ। ਇਹਦਾ ਮਤਲਬ ਅਸੀਂ ਸ਼ੁਰੂ ਤੇ ਜੇ ਆਪਾਂ 0 ਇੱਥੇ ਮੰਨਦੇ ਵੀ ਰੈੱਡ ਪੈਨ ਵਾਲਾ ਮਾਰਕਿੰਗ ਲੈਂਦੇ ਵੀ ਸਾਡਾ ਘਰ 0 ਪੁਆਇੰਟ ਤੇ ਆ, ਸਾਡਾ ਓਰੀਜਨ ਇਹ ਵਾਲਾ ਹੈਗਾ ਜਿਹਨੂੰ ਅਸੀਂ 2 ਨੂੰ ਓਰੀਜਨ ਮੰਨਦੇ ਹਾਂ। ਇਫ ਦਿਸ ਇਜ਼ ਓਰੀਜਨ ਓਵਰ ਓਰੀਜਨ ਤਾਂ ਇਹਦਾ ਮਤਲਬ ਸਾਰੀਆਂ ਮਾਰਕਿੰਗ ਰੈੱਡ ਮਾਰਕਿੰਗ ਵਾਲੀਆਂ ਚੱਲਣਗੀਆਂ। ਤਾਂ ਇਸ ਤੋਂ ਬਾਅਦ ਫਿਰ ਅਸੀਂ ਵਾਪਸ ਜਦੋਂ ਆਵਾਂਗੇ 5 4 3 2 1 0 ਫਿਰ ਇੱਧਰ -1 -2 ਹੋ ਜਾਊਗਾ। ਇਹਦਾ ਮਤਲਬ ਜੇ ਹੁਣ ਅਸੀਂ ਘਰ ਦੇ ਹਿਸਾਬ ਨਾਲ ਓਰੀਜਨ ਦੇ ਹਿਸਾਬ ਨਾਲ ਸਾਰੀ ਗੱਲਬਾਤ ਕਰਾਂਗੇ ਤਾਂ ਫਿਰ ਜਿਹੜੀ ਆਹ ਵਾਲੀ ਜਗ੍ਹਾ ਆ ਜਿਹੜਾ ਬੱਸ ਸਟੈਂਡ ਆ ਉਹ -2 ਕਿਲੋਮੀਟਰ ਹੈਗਾ। ਇਹਦਾ -2 ਦਾ ਕੀ ਮਤਲਬ ਉਲਟ ਪਾਸੇ ਨੂੰ, ਸਾਡੇ ਘਰ ਤੋਂ ਉਲਟ ਪਾਸੇ ਨੂੰ ਹੈਗਾ, ਡਾਇਰੈਕਸ਼ਨ ਚੇਂਜ ਹੋ ਗਈ। ਜੇ ਆਪਾਂ ਇੱਧਰਲੀ ਡਾਇਰੈਕਸ਼ਨ ਨੂੰ ਪੋਜ਼ਿਟਿਵ ਮੰਨਦੇ ਆ ਤਾਂ ਸਾਡੇ ਘਰ ਤੋਂ ਇੱਧਰਲੀ ਡਾਇਰੈਕਸ਼ਨ ਜਿਹੜੀ ਆ ਉਹ ਨੈਗੇਟਿਵ ਆ। ਮੀਨਸ ਓਰੀਜਨ ਦੇ ਜਿੱਦਾਂ ਤੁਸੀਂ ਐਕਸ ਐਕਸਿਸ ਬਣਾਉਂਦੇ ਗ੍ਰਾਫ ਬਣਾਉਂਦੇ ਐਕਸ ਵਾਈ ਵਾਲਾ, ਉਹ 'ਚ ਵੀ ਤੁਸੀਂ ਇੱਕ ਮੂਲ ਬਿੰਦੂ ਤੋਂ ਇੱਧਰ ਨੂੰ ਪੋਜ਼ਿਟਿਵ ਤੇ ਇੱਧਰ ਨੂੰ ਨੈਗੇਟਿਵ ਲੈਂਦੇ ਹੁੰਦੇ ਆ। ਸੋ ਉਹੀ ਚੀਜ਼ ਆਪਾਂ ਇੱਥੇ ਵੀ ਰੱਖਣੀ ਆ ਕਿ ਜਿਹੜੀ ਜਗ੍ਹਾ ਤੋਂ ਅਸੀਂ ਗੱਲ ਸ਼ੁਰੂ ਕੀਤੀ ਆ ਉਹਦੇ ਉੱਧਰਲੇ ਪਾਸੇ ਪੋਜ਼ਿਟਿਵ ਤੇ ਇੱਧਰਲੇ ਪਾਸੇ ਨੈਗੇਟਿਵ। ਨੰਬਰ ਜਿੱਦਾਂ ਮਰਜ਼ੀ ਲਏ ਹੋਣ ਤੁਸੀਂ, ਹੁਣ ਮੰਨ ਲਓ ਸਪੋਜ਼ ਇੱਥੇ ਨੰਬਰ ਲਿਖਦੇ ਆ 0 1 2 3 4, ਤੁਸੀਂ ਆਪਣਾ ਐਕਸ ਵਾਈ ਐਕਸਿਸ ਇੱਥੇ ਬਣਾ ਲੈਂਦੇ ਆ ਵੀ ਆਹ ਤੁਹਾਡਾ ਐਕਸ ਆ, ਆਹ ਤੁਹਾਡਾ ਵਾਈ ਆ। ਤਾਂ ਇਹਦਾ ਮਤਲਬ ਤੁਸੀਂ ਜਦੋਂ ਇੱਥੇ ਮੇਜਰ ਕਰੋਗੇ ਤਾਂ ਤੁਸੀਂ ਆਹ ਓਰੀਜਨ ਆ ਤੁਹਾਡਾ, ਫਿਰ 3 ਓਰੀਜਨ ਆ। ਇਹਦਾ ਮਤਲਬ ਆਟੋਮੈਟਿਕ ਆ ਕਿ ਆਹ ਜਿਹੜੇ ਹੈਗੇ ਆ 2 1 ਦੇਖੇ ਇਹਨੂੰ 0 ਮੰਨਦੇ ਪਏ ਤਾਂ ਫਿਰ 1 2 ਹੀ ਨਜ਼ਰ ਆਉਣਗੇ। ਪਰ ਤੁਹਾਨੂੰ ਫਿਰ ਇਹਦੇ ਨਾਲ ਕਨਫਿਊਜ਼ਨ ਹੋਊਗਾ। ਤੁਸੀਂ ਕੀ ਕਰੋਗੇ, ਤੁਸੀਂ ਨਹੀਂ ਇੱਦਾਂ ਨਹੀਂ ਆਪਾਂ ਲੈਂਦੇ, ਆਪਾਂ ਇਹਨੂੰ 0 ਮੰਨਾਂਗੇ, ਇਹਨੂੰ 1 ਮੰਨਾਂਗੇ, ਇਹਨੂੰ 2 ਮੰਨਾਂਗੇ, ਇਹਨੂੰ -1 ਇਹਨੂੰ -2 ਤੇ ਇਹਨੂੰ -3 ਮੰਨਾਂਗੇ। ਅਸੀਂ ਆਹ ਵਾਲੀ ਨੰਬਰਿੰਗ ਨਹੀਂ ਲਿਖਾਂਗੇ, ਅਸੀਂ ਆਹ ਨਵੀਂ ਨੰਬਰਿੰਗ ਲਿਖਾਂਗੇ। ਸੋ ਇਹ ਤੁਹਾਡੀ ਆਪਣੀ ਸੋਚ ਸਮਝ ਆ ਕਿ ਤੁਹਾਨੂੰ ਕਿਹੜੀ ਗੱਲ ਕਿਸ ਤਰ੍ਹਾਂ ਸਮਝ ਲੱਗੀ ਹੈਗੀ ਆ, ਉਹਦੇ ਅਕੋਰਡਿੰਗਲੀ ਤੁਸੀਂ ਉਹ ਸਾਰਾ ਜਿਹੜਾ ਆਨਸਰ ਹੈਗਾ ਜਿਹੜੀ ਗੱਲਬਾਤ ਆ ਉਹ ਤੁਸੀਂ ਕਰਦੇ ਆ। ਸੋ ਮੀਨਸ ਓਰੀਜਨ ਜ਼ਰੂਰੀ ਨਹੀਂ ਹੈਗਾ ਕਿ 0 ਹੋਵੇ, ਉਹ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਨਵੀਨੀਅੰਸ ਦੇ ਹਿਸਾਬ ਨਾਲ ਮੰਨ ਲੈਣਾ ਕਿ ਇਹ ਸਾਡਾ ਓਰੀਜਨ ਆ। ਇੱਦਾਂ ਹੀ ਟਾਈਮ ਦਾ ਓਰੀਜਨ ਤੇ ਉਹ ਦੋਨੋਂ ਓਰੀਜਨ ਵੱਖਰੇ ਵੱਖਰੇ ਹੋ ਸਕਦੇ ਆ। ਜ਼ਰੂਰੀ ਨਹੀਂ ਕਿ ਉਸੇ ਵੇਲੇ 0 ਟਾਈਮ ਦਾ ਹੋਇਆ ਹੋਵੇ, ਉਸੇ ਵੇਲੇ ਹੀ ਤੁਹਾਡਾ ਜਿਹੜਾ ਹੈਗਾ ਓਰੀਜਨ ਪੋਜੀਸ਼ਨ ਦਾ ਹੋਇਆ ਹੋਵੇ। ਸੋ ਇਹ ਬਹੁਤ ਇੰਪੋਰਟੈਂਟ ਗੱਲ ਸੀਗੀ। ਇਹਨੂੰ ਤੁਸੀਂ ਬਾਰ-ਬਾਰ ਕਰਕੇ, ਜੇ ਨਹੀਂ ਸਮਝ ਲੱਗਦੀ ਤਾਂ ਵੀਡੀਓ ਨੂੰ ਤੁਸੀਂ ਬਾਰ-ਬਾਰ ਚਲਾ ਕੇ ਦੇਖ ਸਕਦੇ ਹੋ, ਚੀਜ਼ਾਂ ਨੂੰ ਸਮਝ ਸਕਦੇ ਹੋ।
ਸਪੀਡ ਘੱਟ ਕਰਕੇ ਵੀ ਸੁਣ ਸਕਦੇ ਹੋ। ਸੋ ਇਹ ਜ਼ਰੂਰੀ ਆ ਤਾਂ ਕਿ ਤੁਹਾਨੂੰ ਡਿਸਟੈਂਸ ਅਤੇ ਡਿਸਪਲੇਸਮੈਂਟ ਦੇ ਜਿਹੜੇ ਕੰਸੈਪਟ ਆ, ਜਿਹੜਾ ਆਹ ਡਿਫਰੈਂਸ ਆ, ਉਹ ਤੁਹਾਨੂੰ ਸਮਝ ਲੱਗ ਜਾਵੇ, ਓਰੀਜਨ ਦਾ ਕੰਸੈਪਟ ਸਮਝ ਲੱਗ ਜਾਵੇ ਵੀ ਓਰੀਜਨ ਵਾਲੀ ਗੱਲ ਹੈ ਕੀ। ਸੋ ਇਹ ਬਹੁਤ ਜ਼ਰੂਰੀ ਹੈਗਾ। ਸੋ ਇਹ ਹੁਣ ਮੇਰੇ ਖਿਆਲ ਆ ਕਿ ਤੁਹਾਨੂੰ ਸਮਝ ਲੱਗ ਗਿਆ ਹੋਣਾ। ਸੋ ਲੈਟ ਅਸ ਨਾਓ ਅਗੇਨ revisit the distance। ਸੋ ਵਾਟ ਇਜ਼ ਡਿਸਟੈਂਸ? ਸੋ ਡਿਸਟੈਂਸ ਕੀ ਹੈਗਾ? ਡਿਸਟੈਂਸ ਹੈਗਾ ਕਿ ਆਪਾਂ ਇੱਕ ਬਿੰਦੂ ਤੋਂ A ਬਿੰਦੂ ਤੋਂ B ਬਿੰਦੂ ਤੱਕ ਪਹੁੰਚਣਾ ਹੈਗਾ, ਤਾਂ ਉਹਦਾ ਕੋਈ ਰਸਤਾ ਹੋਏਗਾ, ਉਹ ਇੱਦਾਂ ਗਿਆ ਹੋਊਗਾ, ਇੱਦਾਂ ਗਿਆ ਹੋਊਗਾ, ਫਿਰ ਇੱਧਰ ਨੂੰ ਗਿਆ ਹੋਊਗਾ, ਫਿਰ ਇੱਧਰ ਨੂੰ ਜਾ ਕੇ ਇੱਧਰ ਨੂੰ ਹੋ ਸਕਦਾ ਉਹ ਸੜਕਾਂ ਇੱਦਾਂ ਦੀਆਂ ਹੋਣ ਕਿ ਉਹ ਇੱਦਾਂ ਜਾਂਦਾ ਹੋਵੇ, ਇੱਦਾਂ ਜਾਂਦਾ ਹੋਵੇ, ਇੱਦਾਂ ਜਾ ਕੇ ਇੱਦਾਂ ਪਹੁੰਚਦਾ ਹੋਵੇ ਪ੍ਰੈਕਟੀਕਲੀ। ਸੋ ਡਿਸਟੈਂਸ ਦਾ ਮਤਲਬ ਤੁਹਾਨੂੰ ਜਿੱਦਾਂ ਮੈਂ ਦੱਸ ਚੁੱਕਾ ਕਿ ਡਿਸਟੈਂਸ ਦਾ ਕੀ ਮਤਲਬ ਆ ਕਿ A ਤੋਂ ਲੈ ਕੇ ਆਪਾਂ ਇੱਕ ਧਾਗਾ ਲੈਣਾ, ਉਹ ਧਾਗੇ ਨੂੰ ਇਹ ਸਾਰੀ ਸੜਕ ਦੇ ਉੱਤੇ ਇੱਦਾਂ ਘੁਮਾਈ ਜਾਣਾ। ਤੇ ਜਿਹੜਾ ਮੈਂ ਰਸਤਾ ਬਣਾਇਆ ਇਹਦੇ ਨਾਲ ਇਹਦੇ ਉੱਪਰ ਰੱਖ ਕੇ ਉਹ ਧਾਗੇ ਨੂੰ ਇਹਦੇ ਉੱਪਰ ਸਾਰਾ ਲਗਾ ਕੇ ਤਾਂ B ਤੱਕ ਆਪਾਂ ਉਹ ਧਾਗੇ ਨੂੰ ਲਪੇਟਣਾ, ਫਿਰ ਉਹਨੂੰ ਸਾਰੇ ਧਾਗੇ ਨੂੰ ਆਪਾਂ ਸਿੱਧਾ ਕਰ ਦੇਣਾ ਇੱਦਾਂ। ਹੁਣ ਇਹ ਧਾਗੇ ਦੀ ਲੰਬਾਈ ਨਾਪਣੀ ਆ, ਉਹ ਕਿੰਨੀ ਆ, ਉਹ ਬਣੇਗਾ ਤੁਹਾਡਾ ਡਿਸਟੈਂਸ, ਮਤਲਬ ਰਸਤੇ ਦੀ ਲੰਬਾਈ। ਸੋ ਉਹਨੂੰ ਰਸਤੇ ਦੀ ਲੰਬਾਈ ਨੂੰ ਜਿਹੜਾ ਹੈਗਾ ਤੁਸੀਂ ਡਿਸਟੈਂਸ ਕਹਿੰਦੇ ਹੋ। ਸੋ ਡਿਸਟੈਂਸ ਜਿਹੜਾ ਹੈਗਾ ਵਾ ਉਹ ਟੇਢਾ ਮੇਢਾ ਰਸਤਾ ਵੀ ਹੋ ਸਕਦਾ, ਅਤੇ ਅਸੀਂ ਉਹ ਟੇਢੇ ਮੇਢੇ ਰਸਤੇ ਦੀ ਸਾਰੇ ਦੀ ਲੰਬਾਈ ਜੇ ਨਾਪਣੀ ਆ ਤਾਂ ਤੁਸੀਂ ਸੋਚ ਲਓ ਕਿ ਇੱਕ ਧਾਗਾ ਉਹਦੇ ਉੱਪਰ ਆਪਾਂ ਰੱਖਤਾ ਅਤੇ ਉਹ ਧਾਗੇ ਦੇ ਨਾਲ ਅਸੀਂ ਉਹਨੂੰ ਸਿੱਧਾ ਕਰਕੇ ਖਿੱਚ ਕੇ ਉਹਨੂੰ ਸਿੱਧਾ ਕਰਕੇ ਤੇ ਨਾਪ ਲਿਆ, ਉਹ ਡਿਸਟੈਂਸ ਹੋ ਗਿਆ। ਅਤੇ ਡਿਸਪਲੇਸਮੈਂਟ ਕੀ ਆ? ਸੋ ਡਿਸਪਲੇਸਮੈਂਟ ਕੀ ਹੈਗਾ? ਸੋ ਡਿਸਪਲੇਸਮੈਂਟ ਇਹ ਬਿੰਦੂ ਜਿਹਨੂੰ ਅਸੀਂ ਇਨੀਸ਼ੀਅਲ ਪੁਆਇੰਟ ਕਹਾਂਗੇ, ਇਨੀਸ਼ੀਅਲ ਪੁਆਇੰਟ, ਇਹਨੂੰ ਅਸੀਂ ਫਾਈਨਲ ਪੁਆਇੰਟ ਕਹਾਂਗੇ। ਤਾਂ ਇਨੀਸ਼ੀਅਲ ਪੁਆਇੰਟ ਤੋਂ ਫਾਈਨਲ ਪੁਆਇੰਟ ਤੱਕ ਇਨ ਦਿਸ ਡਾਇਰੈਕਸ਼ਨ ਇੱਕ ਸਿੱਧੀ ਲਾਈਨ ਬਣਾਵਾਂਗੇ ਆਪਾਂ, ਸਰਲ ਰੇਖਾ ਬਣਾਵਾਂਗੇ, ਸਟਰੇਟ ਲਾਈਨ ਬਣਾਵਾਂਗੇ। ਸੋ ਇਹ ਜਿਹੜੀ ਸਟਰੇਟ ਲਾਈਨ ਆ ਜਿਹੜੀ ਕਿ ਇਨੀਸ਼ੀਅਲ A ਪੁਆਇੰਟ ਤੋਂ B ਪੁਆਇੰਟ ਵੱਲ ਡਾਇਰੈਕਟ ਕਰੂਗੀ, ਇਹਦਾ ਮਤਲਬ ਦਿਸ਼ਾ A ਤੋਂ B ਵਾਲੇ ਪਾਸੇ ਹੋਊਗੀ। ਇਹੋ ਜਿਹੀ ਜਿਹੜੀ ਆ ਸਟਰੇਟ ਲਾਈਨ ਆ, ਇਹ ਡਿਸਪਲੇਸਮੈਂਟ ਹੋਊਗੀ ਤੁਹਾਡੀ, ਡਿਸਪਲੇਸਮੈਂਟ। ਸੋ ਡਿਸਪਲੇਸਮੈਂਟ ਡਿਸਟੈਂਸ ਤੋਂ ਘੱਟ ਹੋ ਸਕਦੀ ਹੈ, ਇੱਥੋਂ ਤੁਹਾਨੂੰ ਕਲੀਅਰ ਹੋ ਗਿਆ। ਸੋ ਡਿਸਪਲੇਸਮੈਂਟ ਡਿਸਟੈਂਸ ਇਹ ਬਹੁਤ ਇੰਪੋਰਟੈਂਟ ਕੰਸੈਪਟ ਹੈਗੇ, ਇਸ ਲਈ ਦੁਬਾਰਾ ਫਿਰ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ। ਓਰੀਜਨ ਆਫ ਯੂਅਰ ਮੇਜਰਮੈਂਟ, ਯੂਅਰ ਪੋਜੀਸ਼ਨ ਜਿਹੜਾ ਹੈਗਾ ਉਹ ਕਿੱਥੇ ਆ, ਤੁਹਾਡਾ ਟਾਈਮ ਦਾ ਓਰੀਜਨ ਕੀ ਹੈਗਾ, ਇਹ ਬਹੁਤ ਇੰਪੋਰਟੈਂਟ ਕੰਸੈਪਟਸ ਹੈ। ਇੱਥੋਂ ਗਾਂਹ ਆਪਾਂ ਫਿਰ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਹੈਗੀਆਂ। ਸੋ ਮੇਰਾ ਖਿਆਲ ਹੈ ਕਿ ਹੁਣ ਆਪਾਂ ਨੂੰ ਡਿਸਟੈਂਸ ਜਿਹੜਾ ਹੈਗਾ ਉਹ ਅਤੇ ਡਿਸਪਲੇਸਮੈਂਟ ਜਿਹੜਾ ਹੈਗਾ ਉਹ ਸਮਝ ਲੱਗ ਗਿਆ। ਡਿਸਪਲੇਸਮੈਂਟ ਹਮੇਸ਼ਾ ਹੀ ਸਰਲ ਰੇਖਾ ਵਿੱਚ, ਸਟਰੇਟ ਲਾਈਨ ਵਿੱਚ ਹੁੰਦਾ ਵਾ। ਡਿਸਟੈਂਸ ਟੇਢਾ ਮੇਢਾ ਵੀ ਹੋ ਸਕਦਾ ਵਾ, ਲੈਣਾ ਆਪਾਂ ਉਹਨੇ ਸਿੱਧਾ ਹੀ ਹੈਗਾ ਵਾ। ਇਹਦਾ ਮਤਲਬ ਜੇ ਆਪਾਂ ਕਿਸੇ ਜਗ੍ਹਾ 'ਤੇ ਇੱਦਾਂ ਘੁੰਮੀ ਜਾਂਦੇ ਹਾਂ, ਸਪੋਜ਼ ਆਪਾਂ ਇੱਥੇ ਗਏ, ਇੱਥੇ ਘੁੰਮ ਕੇ ਇੱਥੇ ਫਿਰ ਆ ਗਏ, ਫਿਰ ਘੁੰਮੇ ਫਿਰ ਆ ਗਏ, ਮੰਨ ਲਓ ਕਿਸੇ ਸਕੂਟਰ 'ਤੇ ਜਾਂ ਸਾਈਕਲ 'ਤੇ ਜਾਂ ਕੋਈ ਇੱਦਾਂ ਦੇ ਵਹੀਕਲ 'ਤੇ ਘੁੰਮੀ ਜਾਂਦੇ ਜਿੱਥੇ ਮੀਟਰ ਲੱਗਾ, ਜਿਹੜਾ ਮੀਟਰ ਹੁੰਦਾ ਉਹਨੂੰ ਓਡੋਮੀਟਰ ਕਹਿੰਦੇ ਆ, ਓਡੋਮੀਟਰ। ਅਤੇ ਓਡੋਮੀਟਰ ਨਾਲ ਕੀ ਪਤਾ ਦੂਰੀ ਪਤਾ ਲੱਗਦੀ ਆ ਵੀ ਤੁਸੀਂ ਕਿੰਨੇ ਚੱਕਰ ਕੱਢ ਲਿਆ। ਮੰਨ ਲਓ ਤੁਸੀਂ ਇੱਥੋਂ ਐ ਨਾਪੀ ਜਾਂਦੇ ਆ, ਤੁਹਾਡੀ ਉਹਦੇ ਵਿੱਚ ਇੱਕ ਮੀਟਰ ਹੁੰਦਾ ਵਾ, ਮੀਟਰ 'ਚ ਸੂਈਆਂ ਹੁੰਦੀਆਂ ਵਾ, ਉੱਥੇ ਨੰਬਰ ਹੁੰਦੇ ਆ ਜਿੱਦਾਂ 2, ਫਿਰ 3, ਫਿਰ 5, ਫਿਰ 9, ਫਿਰ 8, ਫਿਰ ਇੱਥੇ ਇੱਕ ਜਿਹੜਾ ਹੈਗਾ ਉਹ ਸ਼ਾਇਦ ਅਲੱਗ ਰੰਗ ਦਾ ਹੁੰਦਾ ਹੈਗਾ, ਉਹ ਬੜੀ ਤੇਜ਼ ਨੱਠਦਾ ਰਹਿੰਦਾ ਹੈਗਾ। ਮੰਨ ਲਓ ਇੱਦਾਂ ਆਹ ਵਾਲਾ ਜਿਹੜਾ ਬਹੁਤ ਤੇਜ਼ ਦੌੜਦਾ ਹੈਗਾ, ਜਦੋਂ ਇੱਥੇ 0 ਆ ਜਾਂਦਾ ਆਹ ਵਾਲੀ ਥਾਂ 'ਤੇ, ਇਸ ਜਗ੍ਹਾ 'ਤੇ 0 ਆ ਜਾਂਦਾ, ਫਿਰ ਆਹ ਵਾਲਾ ਨੰਬਰ ਜਿਹੜਾ ਉਹ ਸ਼ਿਫਟ ਕਰ ਜਾਂਦਾ। ਮੰਨ ਲਓ ਇੱਥੇ 0 ਆ ਗਿਆ, ਜਦੋਂ ਤਾਂ ਇੱਥੇ 9 ਹੋ ਜਾਣਾ, ਜਦੋਂ ਇੱਥੇ 0 ਆ ਜਾਣਾ ਉਦੋਂ ਫਿਰ ਇੱਥੇ ਜਿਹੜਾ ਹੈਗਾ ਉਹ ਨੈਕਸਟ 0 ਆ ਜਾਣਾ, ਤਾਂ ਇੱਥੇ ਵੀ ਆਪਣੇ ਕੋਲ ਫਿਰ 6 ਹੋ ਜਾਣਾ। ਸੋ ਇਸ ਤਰ੍ਹਾਂ ਇਹ ਜਿਹੜੇ ਆ ਡਿਜਿਟਸ ਜਿਹੜੇ ਆ ਉਹ ਚੇਂਜ ਹੁੰਦੇ ਰਹਿੰਦੇ ਆ, ਠੀਕ ਆ। ਸੋ ਮਤਲਬ ਇੱਥੇ 9 ਹੀ ਆ, ਇੱਥੇ 5 ਹੀ ਆ। ਸੋ ਲਾਈਕ ਦਿਸ। ਸੋ ਇੱਦਾਂ ਕਰਕੇ ਇਹ ਜਿਹੜੇ ਆ ਉਹ ਡਿਜਿਟ ਚੱਲਦੇ ਰਹਿੰਦੇ ਹੈਗੇ ਆ। ਸੋ ਇਹਦਾ ਮਤਲਬ ਇੱਥੇ 2 ਵੀ ਹੋ ਸਕਦਾ ਉਸ ਵੇਲੇ। ਸੋ ਇਹ ਜਿਹੜਾ ਨੰਬਰ ਆ ਸਕੂਟਰ ਵਿੱਚ ਆਮ ਜਾਂ ਕਾਰਾਂ 'ਚ ਸਾਰੇ ਵਹੀਕਲਸ ਵਿੱਚ ਇਹ ਨੰਬਰ ਹੁੰਦਾ ਵਾ। ਆਹ ਵਾਲਾ ਨੰਬਰ ਫਟਾਫਟ ਦੌੜਦਾ ਰਹਿੰਦਾ ਵਾ। ਉਸ ਤੋਂ ਬਾਅਦ ਜਦੋਂ ਇੱਥੇ 0 ਆ ਜਾਂਦਾ ਫਿਰ ਇਹਦੇ ਵਿੱਚ ਖਾਨੇ 'ਚ, ਫਿਰ ਇੱਥੇ ਅਗਲਾ ਨੰਬਰ ਸ਼ਿਫਟ ਹੋ ਜਾਂਦਾ। ਜਦੋਂ ਇਹ ਵਾਲੇ ਖਾਨੇ 'ਚ 0 ਆ ਜਾਂਦਾ ਫਿਰ ਅਗਲਾ ਨੰਬਰ ਇੱਧਰ ਨੈਕਸਟ ਹੋ ਜਾਂਦਾ। ਸੋ ਇਸ ਤਰ੍ਹਾਂ ਇਹ ਜਿਹੜਾ ਕੰਮ ਆ ਉਹ ਚੱਲਦਾ ਰਹਿੰਦਾ। ਇਹਨੂੰ ਓਡੋਮੀਟਰ ਕਹਿੰਦੇ ਆ। ਤੁਹਾਡੀ ਦੂਰੀ ਨਾਪਦਾ ਹੈਗਾ ਵੀ ਤੁਸੀਂ ਜਿੱਦਾਂ ਇੱਥੋਂ ਚੱਲੇ, ਇੱਥੇ ਘੁੰਮੇ, ਇੱਕ ਚੱਕਰ ਕੱਢ ਲਿਆ। ਮੰਨ ਲਓ ਮੈਂ ਮੰਨ ਲੈਂਦਾ ਕਿ ਆਹ ਜਿਹੜਾ ਚੱਕਰ ਹੈਗਾ ਤੁਹਾਡਾ 300 ਮੀਟਰ ਦਾ ਹੈਗਾ, 300 ਮੀਟਰ ਦਾ। ਤੁਸੀਂ ਇੱਕ ਵਾਰੀ ਇੱਕ ਚੱਕਰ ਲਾ ਲਿਆ, ਵਨ ਰਾਊਂਡ, ਇੱਕ ਰਾਊਂਡ ਲਾ ਲਿਆ, ਤੁਸੀਂ ਹਟੇ ਹੀ ਨਹੀਂ, ਤੁਸੀਂ ਦੂਜਾ ਰਾਊਂਡ ਵੀ ਲਾ ਲਿਆ, ਓਬਵੀਅਸਲੀ ਤੁਸੀਂ 600 ਮੀਟਰ ਘੁੰਮ ਲਿਆ। ਫਿਰ ਤੁਸੀਂ ਤੀਜਾ ਰਾਊਂਡ ਵੀ ਲਾ ਲਿਆ, ਠੀਕ ਹੈ ਨਾ। ਸੋ ਜੋ ਤੀਜਾ ਰਾਊਂਡ ਵੀ ਲਾ ਲਿਆ ਫਿਰ ਇਹ 900 ਹੋ ਜਾਊਗਾ, ਐਂਡ ਸੋ ਔਨ।
ਸੋ 900 ਮੀਟਰ ਹੋ ਜਾਊਗਾ। ਇਹਦਾ ਮਤਲਬ ਤੁਸੀਂ ਜਿੱਦਾਂ ਜਿੱਦਾਂ ਰਾਊਂਡ ਵਧਾਈ ਜਾਓਗੇ ਤੁਹਾਡੀ ਜਿਹੜੀ ਦੂਰੀ ਹੈਗੀ ਆ ਉਹ ਵਧੀ ਜਾਊਗੀ। ਪਰ ਕੀ ਤੁਹਾਡੀ ਜਿਹੜੀ ਇਹ ਡਿਸਟੈਂਸ ਆ, ਮੈਂ ਡਿਸਟੈਂਸ ਲਿਖਦਾ ਪਿਆ, ਤੁਹਾਡਾ ਜਿਹੜੀ ਦੂਰੀ ਆ ਉਹ ਬੇਸ਼ੱਕ ਤੁਸੀਂ ਇੱਥੇ ਹੀ ਘੁੰਮੀ ਜਾਂਦੇ ਆ ਬਟ ਦੂਰੀ ਤਾਂ ਹੋ ਰਹੀ ਆ, ਰਸਤਾ ਤਾਂ ਤੈਅ ਕੀਤਾ ਜਾ ਰਿਹਾ, ਇਸ ਲਈ ਇਹ ਤੁਹਾਡਾ ਜਿਹੜਾ ਵਧੀ ਜਾਏਗਾ। ਇਹਨਾਂ 10 ਚੱਕਰਾਂ ਦੇ ਬਾਅਦ ਸੇ ਯੂ ਹੈਵ 10 ਰਾਊਂਡਸ, ਤੁਸੀਂ 10 ਗੇੜੇ ਲਾ ਲਏ। ਸੋ 10 ਗੇੜਿਆਂ ਬਾਅਦ ਤੁਹਾਡਾ ਫਿਰ ਇਹ 3000 ਮੀਟਰ ਜਿਹੜਾ ਹੈਗਾ ਉਹ ਬਣ ਜੂਗਾ। ਪਰ ਤੁਹਾਡੀ ਉਸ ਵੇਲੇ ਡਿਸਪਲੇਸਮੈਂਟ ਕਿੰਨੀ ਹੋਊਗੀ? ਡਿਸਪਲੇਸਮੈਂਟ ਵਿਸਥਾਪਨ ਉਹ ਕਿੰਨਾ ਹੋਊਗਾ? ਦੈਟ ਵਿਲ ਬੀ 0। ਕਿਉਂਕਿ ਜਿੱਥੋਂ ਤੁਸੀਂ ਚੱਲੇ ਉੱਥੇ ਹੀ ਫੇਰ ਪਹੁੰਚ ਗਏ। ਸੋ ਸਟਰੇਟ ਲਾਈਨ ਬਣੇਗੀ ਨਹੀਂ। ਤੁਸੀਂ ਆ A ਤੇ B ਪੁਆਇੰਟ ਆਪਸ 'ਚ ਮਿਲ ਜਾਣ ਤਾਂ ਆਹ ਵਾਲੀ ਜਿਹੜੀ ਲਾਈਨ ਆ, ਸੇ ਦਿਸ ਲਾਈਨ, so this line will become 0। A to B if you say ਕਿ ਆ ਜਿਹੜਾ B ਪੁਆਇੰਟ ਆ ਹੌਲੀ ਆਪਾਂ ਇੱਥੇ ਨੇੜੇ ਲੈ ਆਈਏ ਇਹਦੇ, ਤਾਂ ਫਿਰ AB ਦਾ ਡਿਸਟੈਂਸ ਜਿਹੜਾ ਉਹ 0 ਹੋ ਜਾਏਗਾ। ਇਹਦਾ ਮਤਲਬ ਡਿਸਪਲੇਸਮੈਂਟ ਜਿਹੜੀ ਆ ਉਹ 0 ਹੋ ਜਾਏਗੀ। ਸੋ ਇਹ ਗੱਲ ਬਹੁਤ ਇੰਪੋਰਟੈਂਟ ਹੈਗੀ ਆ। ਸੋ ਡਿਸਟੈਂਸ ਤੇ ਡਿਸਪਲੇਸਮੈਂਟ ਦੇ ਵਿੱਚ ਜਿਹੜਾ ਫਰਕ ਆ ਉਹ ਆਪਾਂ ਧਿਆਨ ਰੱਖਣਾ ਹੈਗਾ। ਇਸ ਚੈਪਟਰ ਦੇ ਵਿੱਚ ਆਪਾਂ ਸਟ੍ਰੇਟ ਲਾਈਨ ਮੋਸ਼ਨ ਦੀ ਗੱਲ ਕਰਦੇ ਹਾਂ, ਰੈਕਟੀਲੀਨੀਅਰ ਮੋਸ਼ਨ ਦੀ ਗੱਲ ਕਰਦੇ ਪਏ ਹਾਂ। ਸੋ ਦੇਅਰਫੋਰ ਆਪਾਂ ਇੱਥੇ ਸਟ੍ਰੇਟ ਲਾਈਨ ਰਸਤੇ ਤੇ ਹੀ ਚੱਲਾਂਗੇ, ਸਿੱਧੀਆਂ ਰਸਤਿਆਂ ਤੇ ਹੀ ਚੱਲਾਂਗੇ। ਇਸ ਲਈ ਅਸੀਂ ਨਾ ਤਾਂ ਗੋਲ ਘੁੰਮਾਂਗੇ, ਨਾ ਅਸੀਂ ਟੇਢੇ ਮੇਢੇ ਰਸਤੇ ਤੇ ਜਾਵਾਂਗੇ। ਇਸ ਲਈ ਸਾਡਾ ਡਿਸਟੈਂਸ ਤੇ ਸਾਡਾ ਡਿਸਪਲੇਸਮੈਂਟ ਬਹੁਤੇ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਸੇਮ ਹੀ ਰਹਿਣ ਦੀ ਸੰਭਾਵਨਾ ਹੈਗੀ ਆ। ਬਟ ਡਿਸਪਲੇਸਮੈਂਟ ਦੀ ਹੁਣੀ ਮੈਂ ਇੱਕ ਵਾਰੀ ਫੇਰ ਗੱਲ ਕਰਦਾ ਕਿ ਸਾਡੇ ਕੋਲ ਇੱਕ ਆਹ ਸੜਕ ਆ, ਆਪਾਂ ਇਹ ਵਾਲੀ ਸੜਕ ਤੇ ਜਾ ਰਹੇ ਹਾਂ। ਅਸੀਂ ਆਹ 0 ਤੋਂ ਚੱਲੇ, ਜਿੱਥੇ ਵੀ ਅਸੀਂ 0 ਲੈ ਲਿਆ, ਅਸੀਂ ਇੱਥੋਂ 0 ਤੋਂ ਹੀ ਚੱਲੇ। ਮੰਨ ਲਓ ਅਸੀਂ ਇੱਧਰ ਨੂੰ ਗਏ, ਮੰਨ ਲਓ ਕਿ ਅਸੀਂ 15 ਤੇ ਪਹੁੰਚ ਗਏ। ਇਹਦਾ ਮਤਲਬ ਅਸੀਂ ਡਿਸਟੈਂਸ ਕਿੰਨਾ ਹੋ ਗਿਆ ਸਾਡਾ? ਡਿਸਟੈਂਸ ਹੋ ਗਿਆ ਸਾਡਾ 15। ਡਿਸਪਲੇਸਮੈਂਟ ਕਿੰਨੀ ਹੋ ਗਈ? ਡਿਸਪਲੇਸਮੈਂਟ ਹੋ ਗਈ 15। ਮੰਨ ਲਓ ਮੀਟਰ ਲੈ ਲੈਂਦੇ ਹਾਂ, ਮੀਟਰ। ਹੁਣ ਅਸੀਂ ਕੀ ਕੀਤਾ ਕਿ ਅਸੀਂ ਵਾਪਸ ਆ ਗਏ। ਅਸੀਂ ਇੱਧਰੋਂ ਜਾ ਕੇ ਇੱਧਰ ਗਏ, ਪਹਿਲੋਂ A ਪੁਆਇੰਟ ਤੋਂ B ਪੁਆਇੰਟ ਤੇ ਗਏ, ਫਿਰ B ਪੁਆਇੰਟ ਤੋਂ ਅਸੀਂ ਵਾਪਸ ਆ ਗਏ C ਪੁਆਇੰਟ ਤੇ। ਆ C ਪੁਆਇੰਟ ਆ ਕੋਈ ਆਹ ਵਾਲਾ ਜਿਹੜਾ ਕਿ ਆਪਾਂ ਕਹਿ ਦਈਏ ਕਿ 9 ਹੈਗਾ। ਸੋ 9 ਤੇ, ਇਹਦਾ ਮਤਲਬ ਅਸੀਂ ਹੁਣ 9 ਤੇ ਵਾਪਸ ਆ ਗਏ। ਹੁਣ ਇਹਦਾ ਮਤਲਬ ਅਸੀਂ A ਤੋਂ B ਗਏ, ਸਾਡਾ ਡਿਸਟੈਂਸ ਕਿੰਨਾ ਹੋ ਗਿਆ? ਡਿਸਟੈਂਸ ਹੋ ਗਿਆ ਆਪਣਾ A ਤੋਂ B ਪਲੱਸ B ਤੋਂ C। ਇਹਦਾ ਮਤਲਬ ਕਿ 15 ਦਾ ਹੈਗਾ ਹੀ ਸੀ, ਫਿਰ 15 ਤੋਂ 9 ਤੇ ਆਏ। ਹੁਣ ਆ ਦੇਖੋ ਤੁਸੀਂ ਗਿਣਤੀ ਗਿਣੋ, 1 2, ਸੋ I will mark this points 1 2 0 1 2 3 4 5 6 7 8 9 10 11 12 13 14 15। so these are marks, okay, markings on the line। so ਜਗ੍ਹਾ ਘੱਟ ਹੋਣ ਕਰਕੇ ਮੈਂ ਅਲੱਗ-ਅਲੱਗ ਥਾਂ ਤੇ ਲਗਾ ਰਿਹਾ। so we have these marks। ਹੁਣ ਅਸੀਂ ਕਿੱਥੇ ਆਏ? 9 ਵਾਲੇ ਤੇ। ਸੋ ਇਹਦਾ ਮਤਲਬ 15 ਤੋਂ ਵਾਪਸ ਆਏ, 15 ਨੂੰ ਫਿਰ 0 ਮੰਨਣਾ ਪਊਗਾ। ਸੋ ਇਹ 0 ਆ 1 ਆ 2 3 4 5 6। ਇਹਦਾ ਮਤਲਬ 6। ਇਹਦਾ ਮਤਲਬ 15 ਤੋਂ 9 ਤੱਕ ਪਹੁੰਚੇ ਤਾਂ 6 ਬਣਦਾ ਹੈਗਾ, ਮਤਲਬ 6 ਵਾਪਸ ਆਏ। ਇਹਦਾ ਮਤਲਬ 15 ਜਮਾ 6 ਆਪਣੇ ਕੋ ਹੋ ਗਿਆ। ਸੋ 21 ਮੀਟਰ ਜਿਹੜਾ ਹੈਗਾ ਆਪਾਂ ਦੂਰੀ ਡਿਸਟੈਂਸ ਤੈਅ ਕਰ ਲਿਆ। ਡਿਸਟੈਂਸ ਤਾਂ ਡਿਸਪਲੇਸਮੈਂਟ ਕਿੰਨੀ ਆ ਹੁਣ? ਡਿਸਪਲੇਸਮੈਂਟ ਨਾਓ ਡਿਸਪਲੇਸਮੈਂਟ ਇਜ਼ ਓਨਲੀ 9 O to C। so displacement in straight line is O to C। so this is OC। so this is only 9 meter। so displacement is 9 meter। now suppose the body comes back to point A, so 0 point। so in that case distance will become A to B, B to A back। so it is 15 plus 15, so means 30 meter। and displacement will become 0। now suppose the body further moves to the opposite direction, say to this D point। so D point which is say at some from 0 to the other, in the other direction it is at say 5। so it will be -5, we'll say -5। therefore the body which was moving from A to, ਜਿਹੜੀ A ਤੋਂ B ਤੱਕ ਚੱਲੀ ਸੀ, ਫਿਰ B ਤੋਂ C ਤੋਂ A ਤੋਂ D ਤੱਕ ਪਹੁੰਚ ਗਈ, ਤਾਂ ਉਹਨੇ ਫਿਰ ਡਿਸਟੈਂਸ ਕਿੰਨਾ ਟਰੈਵਲ ਕੀਤਾ ਉਸ ਵੇਲੇ ਉਹਦਾ ਡਿਸਟੈਂਸ ਹੋ ਗਿਆ 15 15 30 ਤਾਂ ਹੋ ਹੀ ਗਿਆ, 5 ਫਾਲਤੂ D ਤੱਕ ਪਹੁੰਚ ਗਿਆ। ਇਹਦੇ ਨਾਲ 35 ਮੀਟਰ ਕੁੱਲ ਡਿਸਟੈਂਸ ਹੋ ਗਿਆ। ਤੇ ਡਿਸਪਲੇਸਮੈਂਟ ਕਿੰਨੀ ਹੋ ਗਈ? ਉਹਦੀ ਡਿਸਪਲੇਸਮੈਂਟ ਹੋ ਗਈ -5 ਮੀਟਰ। ਸੋ ਡਿਸਪਲੇਸਮੈਂਟ ਕੈਨ ਬੀ ਨੈਗੇਟਿਵ। ਸੋ ਡਿਸਪਲੇਸਮੈਂਟ ਜਿਹੜੀ ਆ ਨੈਗੇਟਿਵ ਵੀ ਹੋ ਸਕਦੀ ਆ, ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੈਗੀ ਆ। ਸੋ ਆਈ ਥਿੰਕ ਆਈ ਹੈਵ ਮੇਡ ਯੂ ਅੰਡਰਸਟੈਂਡ। ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਊਗਾ।